ਹੈਲੋ ਫਰੈਂਡਸ, ਵੈਲਕਮ ਟੂ ਸਟੱਡੀ ਫॉर ਐਲਵਸ। ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਟੱਡੀ ਫॉर ਐਲਵਸ ਦੇ ਉੱਪਰ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇਸ ਚੈਨਲ ਦੇ ਉੱਪਰ ਕੈਮਿਸਟਰੀ ਮਾਸਟਰ ਕੈਡਰ ਦੀ ਤਿਆਰੀ ਚੱਲ ਰਹੀ ਆ ਅਤੇ ਇਸ ਦੇ ਵਿੱਚ ਅਸੀਂ ਚੈਪਟਰ ਜਿਹੜਾ ਸੀਗਾ ਹੈਲੋਜਨਸ ਆਰਗੈਨਿਕ ਕੰਪਾਊਂਡਸ ਕੰਟੇਨਿੰਗ ਹੈਲੋਜਨਸ ਕਰ ਚੁੱਕੇ ਹਾਂ। ਕੋਆਰਡੀਨੇਸ਼ਨ ਕੰਪਾਊਂਡ ਜਿਹੜਾ ਹੈ ਸਾਡਾ ਚੱਲ ਰਿਹਾ ਅੱਜ ਪਾਰਟ ਨੰਬਰ 5 ਹੈ, ਜਿਸ ਦੇ ਵਿੱਚ ਅਸੀਂ ਅੱਜ ਬਹੁਤ ਇੰਪੋਰਟੈਂਟ ਟੌਪਿਕ ਪੜ੍ਹਾਂਗੇ, ਦੈਟ ਇਜ਼ CFT ਕ੍ਰਿਸਟਲ ਫੀਲਡ ਥਿਊਰੀ। ਓਕੇ ਜੀ, ਇਸ ਦੇ ਵਿੱਚੋਂ ਲਾਸਟ ਈਅਰ ਕੁਐਸਚਨ ਜਿਹੜੇ ਨੇ ਆਏ ਹੋਏ ਨੇ, ਸੋ ਇਸ ਕਰਕੇ ਬਹੁਤ ਇੰਪੋਰਟੈਂਟ ਟੌਪਿਕ ਬਣ ਜਾਂਦਾ ਹੈ ਕ੍ਰਿਸਟਲ ਫੀਲਡ ਥਿਊਰੀ। ਸੋ ਲੈਟ ਅਸ ਸਟਾਰਟ ਦਾ ਟੌਪਿਕ। ਜਿਸ ਨੇ ਵੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਹਿਲਾਂ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਓਕੇ, ਸੋ ਦੈਟ ਤੁਹਾਨੂੰ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਆਉਂਦੀ ਰਹੇ। ਸੋ ਲੈਟ ਅਸ ਸਟਾਰਟ ਦਾ ਟੌਪਿਕ। ਦੇਖੋ, ਇਹ ਟੌਪਿਕ ਹੈ ਕ੍ਰਿਸਟਲ ਫੀਲਡ ਥਿਊਰੀ। ਸਭ ਤੋਂ ਪਹਿਲਾਂ ਇਹ ਪਤਾ ਹੋਣਾ ਚਾਹੀਦਾ ਕਿ ਕ੍ਰਿਸਟਲ ਫੀਲਡ ਥਿਊਰੀ ਜੋ ਹੈ ਇਸ ਨੂੰ ਕਿਸ ਨੇ ਡਿਵੈਲਪ ਕੀਤਾ। ਇਹਨੂੰ ਡਿਵੈਲਪ ਕੀਤਾ ਗਿਆ H. ਬੈਥੇ ਐਂਡ V. ਬਲੈਕ ਦੁਆਰਾ। ਓਕੇ, ਫਸਟ ਕੁਐਸਚਨ। ਨੈਕਸਟ ਹੈਗਾ ਕਿ ਕ੍ਰਿਸਟਲ ਫੀਲਡ ਥਿਊਰੀ ਜਿਹੜੀ ਹੈਗੀ ਹੈ ਇਹ ਕੀ ਹੈ। ਮਤਲਬ ਦੇਖੋ, ਲਾਸਟ ਪਾਰਟ ਦੇ ਵਿੱਚ VBT ਜਿਹੜੀ ਥਿਊਰੀ ਸੀ ਅਸੀਂ ਉਹ ਪੜ੍ਹੀ ਸੀ। ਓਕੇ, ਇਹਨਾਂ ਦਾ ਕੰਮ ਕੀ ਹੈ, ਇਹ ਬੌਂਡਿੰਗ ਬਾਰੇ ਦੱਸਦੀਆਂ ਨੇ। ਠੀਕ ਹੈ, ਕੰਪਲੈਕਸ ਜਿਹੜੇ ਕੰਪਾਊਂਡਸ ਅਸੀਂ ਚੈਪਟਰ ਪੜ੍ਹ ਰਹੇ ਹਾਂ ਉਹਦੀ ਬੌਂਡਿੰਗ ਬਾਰੇ ਦੱਸਦੀਆਂ ਨੇ VBT ਅਤੇ ਕ੍ਰਿਸਟਲ ਫੀਲਡ ਥਿਊਰੀ। VBT ਦੀਆਂ ਕੁਝ ਲਿਮਿਟੇਸ਼ਨਸ ਹੋਣ ਕਰਕੇ ਜੋ ਹੈ ਕ੍ਰਿਸਟਲ ਫੀਲਡ ਥਿਊਰੀ ਆਉਂਦੀ ਹੈ। ਓਕੇ, ਇਹ ਉਹਦੇ ਨਾਲੋਂ ਕੀ ਹੈ, ਬਹੁਤ ਜ਼ਿਆਦਾ ਈਜ਼ੀ ਆ। ਠੀਕ ਹੈ, ਅਤੇ ਇਹ ਜ਼ਿਆਦਾ ਐਪਲੀਕੇਬਲ ਵੀ ਹੁੰਦੀ ਹੈ। ਓਕੇ, ਸੋ ਇਹਦੇ ਵਿੱਚ ਹੁੰਦਾ ਕੀ ਹੈ, ਕ੍ਰਿਸਟਲ ਫੀਲਡ ਥਿਊਰੀ ਕੀ ਮੰਨਦੀ ਹੈ। ਕ੍ਰਿਸਟਲ ਫੀਲਡ ਥਿਊਰੀ ਇਹ ਮੰਨਦੀ ਹੈ ਕਿ ਜੋ ਮੈਟਲ, ਠੀਕ ਹੈ ਨਾ, ਜੋ ਮੈਟਲ ਹੈ ਅਤੇ ਜੋ ਲੀਗੈਂਡ ਹੈ, ਓਕੇ, ਉਹਨਾਂ ਦੇ ਵਿੱਚ ਜਿਹੜਾ ਬੌਂਡ ਹੁੰਦਾ ਹੈ ਉਹ ਆਇਨਿਕ ਬੌਂਡ ਹੈ। ਓਕੇ, VBT ਕੀ ਮੰਨਦੀ ਸੀ, ਕਿਹੜਾ ਬੌਂਡ ਹੁੰਦਾ, ਦੈਟ ਇਜ਼ ਕੋਆਰਡੀਨੇਟ ਬੌਂਡ, ਔਰ ਇਹ ਕੀ ਮੰਨਦੀ ਹੈ, ਦੈਟ ਇਜ਼ ਆਇਨਿਕ ਬੌਂਡ। ਓਕੇ, ਨੈਕਸਟ ਪੁਆਇੰਟ ਹੈ ਕਿ ਜੋ ਮੈਟਲ ਹੈ, ਠੀਕ ਹੈ ਨਾ, ਕੰਪਲੈਕਸ ਮੈਟਲ, ਜੋ ਕੰਪਲੈਕਸ ਕੰਪਾਊਂਡਸ ਨੇ ਉਹਦੇ ਵਿੱਚ ਕੀ ਹੁੰਦਾ, ਮੈਟਲ ਹੁੰਦਾ। ਠੀਕ ਹੈ, ਜਿਹੜਾ ਮੈਟਲ ਹੈ ਅਤੇ ਜਾਂ ਤਾਂ ਹੋ ਸਕਦਾ ਉਹਦੇ ਨਾਲ ਨੈਗੇਟਿਵ ਲੀਗੈਂਡ ਲੱਗਿਆ ਹੋ ਸਕਦਾ, ਜਾਂ ਹੋ ਸਕਦਾ ਨਿਊਟਰਲ ਲੀਗੈਂਡ। ਜੇ ਤਾਂ ਨੈਗੇਟਿਵ ਲੀਗੈਂਡ ਹੈ ਤਾਂ ਦੋਨਾਂ ਦੇ ਵਿੱਚ ਜਿਹੜੀ ਇੰਟਰੈਕਸ਼ਨ ਹੋਏਗੀ ਦੈਟ ਇਜ਼ ਆਇਨ ਆਇਨ ਇੰਟਰੈਕਸ਼ਨ। ਓਕੇ, ਅਤੇ ਜੇਕਰ ਨਿਊਟਰਲ ਲੀਗੈਂਡ ਲੱਗਿਆ ਹੋਇਆ ਤਾਂ ਦੋਨਾਂ ਦੇ ਵਿੱਚ ਜਿਹੜੀ ਇੰਟਰੈਕਸ਼ਨ ਹੋਏਗੀ ਦੈਟ ਇਜ਼ ਆਇਨ ਡਾਈਪੋਲ ਇੰਟਰੈਕਸ਼ਨ। ਇਹ ਤੁਸੀਂ ਲਰਨ ਕਰਨਾ ਹੈ। ਨੈਕਸਟ ਹੈਗਾ ਕਿ ਫ੍ਰੀ ਮੈਟਲ ਆਇਨ। ਨੈਕਸਟ ਟੌਪਿਕ 'ਤੇ ਆਉਂਦੇ ਆਪਾਂ। ਇਹਦੇ ਵਿੱਚ ਕੀ ਹੁੰਦਾ ਹੈ, ਦੇਖੋ, ਜਿਹੜਾ ਮੈਟਲ ਹੁੰਦਾ ਹੈ, ਫ੍ਰੀ ਮੈਟਲ ਆਇਨ ਜਦੋਂ ਹੁੰਦਾ ਹੈ ਉਹਦੇ ਕੋਲ ਕੀ ਹੁੰਦਾ ਹੈ, 5d ਔਰਬਿਟਲਸ ਹੁੰਦੇ ਨੇ। ਕਿੰਨੇ, 5d ਔਰਬਿਟਲਸ ਹੁੰਦੇ ਨੇ, ਜਿਨ੍ਹਾਂ ਦੀ ਐਨਰਜੀ ਕੀ ਹੁੰਦੀ ਆ, ਸੇਮ ਐਨਰਜੀ ਹੁੰਦੀ ਹੈ। ਮੈਟਲ ਸੈਂਟਰ 'ਤੇ ਹੁੰਦਾ ਹੈ। ਅਗਰ ਮੈਟਲ ਫ੍ਰੀ ਮੈਟਲ ਆਇਨ ਦੀ ਗੱਲ ਕਰੀਏ ਤਾਂ ਉਹਦੇ ਕੋਲ ਕੀ ਹੁੰਦੇ ਨੇ, 5d ਔਰਬਿਟਲਸ ਹੁੰਦੇ ਨੇ। ਕਿਹੜੇ ਕਿਹੜੇ, DXY, DYZ, DZX, DX² - Y², D ਐਂਡ DZ²। ਇਹ ਪੰਜੋ ਜਿਹੜੇ ਨੇ ਡੀ ਔਰਬਿਟਲਸ ਕਿਹਦੇ ਨੇਗੇ, ਫ੍ਰੀ ਮੈਟਲ ਆਇਨ ਦੇ। ਇਹਦੇ ਵਿੱਚ ਦਿੱਤਾ ਹੋਇਆ ਕਿ ਇਹਨਾਂ ਦੀ ਐਨਰਜੀ ਸੇਮ ਆ। ਜੇਕਰ ਇਹਨਾਂ ਦੀ ਐਨਰਜੀ ਸੇਮ ਹੈ ਨਾ ਤਾਂ ਦੈਟ ਮੀਨ ਇਹਨਾਂ ਦੀ ਐਨਰਜੀ ਕੀ ਹੈ, ਸੇਮ ਹੈ, ਤਾਂ ਦੈਟ ਮੀਨ ਇਹਨਾਂ ਨੂੰ ਕਿਹੜਾ ਔਰਬਿਟਲ ਕਿਹਾ ਜਾਂਦਾ ਹੈਗਾ, ਦੈਟ ਇਜ਼ ਇਹ ਡੀਜਨਰੇਟ ਆ ਜਾਂਦੇ ਨੇ। ਇਹ ਜਿਹੜੇ ਪੰਜੋ ਔਰਬਿਟਲਸ ਨੇ ਇਹ ਡੀਜਨਰੇਟ ਨੇ ਕਿਉਂਕਿ ਇਹਨਾਂ ਦੀ ਐਨਰਜੀ ਕੀ ਹੈ, ਸੇਮ ਹੈ। ਨੈਕਸਟ ਪੁਆਇੰਟ 'ਤੇ ਆਉਂਦੇ ਹਾਂ, ਔਨ ਦਾ ਅਪਰੋਚ। ਦੇਖੋ, ਸਪੋਜ਼ ਇਹ ਮੈਟਲ ਹੈ, ਠੀਕ ਹੈ, ਜਦੋਂ ਹੀ ਲੀਗੈਂਡ ਇਹਨੂੰ ਅਪਰੋਚ ਕਰਦਾ ਨਾ, ਜਦੋਂ ਵੀ ਲੀਗੈਂਡ ਇਹਨੂੰ ਕੀ ਕਰਦਾ ਹੈ, ਅਪਰੋਚ ਕਰਦਾ ਹੈ, ਤਾਂ ਉਸ ਟਾਈਮ ਕੀ ਹੁੰਦਾ, ਜਦੋਂ ਹੀ ਲੀਗੈਂਡ ਇਹਨੂੰ ਅਪਰੋਚ ਕਰੂਗਾ ਤਾਂ ਜੋ ਮੈਟਲ ਦੇ ਕੋਲੇ ਔਰਬਿਟਲਸ ਨੇ, ਮੈਟਲ ਦੇ ਕੋਲੇ ਕੀ ਨੇ, ਜਿਹੜੇ ਔਰਬਿਟਲਸ ਨੇ ਉਹ ਇਸ ਲੀਗੈਂਡ ਨੂੰ ਕੀ ਕਰਦੇ ਨੇ, ਰਿਸਪੌਂਸ ਕਰਦੇ ਨੇ। ਕੀ ਕਰਦੇ ਨੇ, ਰਿਸਪੌਂਸ। ਕਿਵੇਂ ਦਾ ਰਿਸਪੌਂਸ ਹੁੰਦਾ, ਦੇਖੋ, ਕਹਿੰਦੇ ਔਨ ਦਾ approach of ligands the orbital electron will be repelled by the lone pairs of the ligands। ਠੀਕ ਹੈ ਜੀ, ਜਿਵੇਂ ਇਹ ਮੈਟਲ ਹੈ, ਇਹ ਲੀਗੈਂਡ ਹੈ, ਜਦੋਂ ਹੀ ਇਹ ਇਹਦੇ ਕੋਲ ਆਉਂਦਾ ਹੈ ਤਾਂ ਜਿਹੜੇ ਇਹਦੇ ਔਰਬਿਟਲਸ ਹੁੰਦੇ ਨੇ, ਜਿਹੜੇ ਇਹਦੇ ਕੀ ਹੁੰਦੇ ਨੇ, ਔਰਬਿਟਲ ਹੁੰਦੇ ਨੇ, ਉਹ ਕੀ ਕਰਦੇ ਨੇ, ਲੀਗੈਂਡ ਤੋਂ ਰਿਪੈਲ ਕਰਦੇ ਨੇ। ਕੀ ਕਰਦੇ ਨੇ, ਰਿਪੈਲ ਕਰਦੇ ਨੇ। ਠੀਕ ਹੈ ਜੀ, ਰਿਪੈਲ ਕਰਨਗੇ। ਜੇ ਰਿਪੈਲ ਕਰਨਗੇ ਤਾਂ ਉਹਨਾਂ ਦੀ ਐਨਰਜੀ ਪੰਜਾਂ ਦੀ ਕੀ ਹੋਏਗੀ, ਰਾਈਜ਼ ਹੋਏਗੀ। ਕੀ ਹੋਏਗੀ, ਰਾਈਜ਼। ਓਕੇ, ਤਾਂ ਫਿਰ ਜਦੋਂ ਰਾਈਜ਼ ਹੋ ਜਾਏਗੀ ਤਾਂ ਪੰਜਾਂ ਦੀ ਹੀ ਜੋ ਹੈ, ਜਦੋਂ ਵੀ ਲੀਗੈਂਡ ਆਏਗਾ ਪੰਜੋ ਡੀ ਔਰਬਿਟਲ ਦੀ ਐਨਰਜੀ ਹੁਣ ਕੀ ਕਰ ਗਈ, ਰਾਈਜ਼ ਕਰ ਗਈ। ਓਕੇ, ਕਿਉਂ ਕਰੀ, ਡਿਊ ਟੂ ਰਿਪਲਸ਼ਨ। ਸੋ ਦ ਰਿਪਲਸ਼ਨ ਵਿਲ ਰੇਜ਼ ਦਾ ਐਨਰਜੀ ਆਫ ਦਾ ਡੀ ਔਰਬਿਟਲ। ਹੋਏਗਾ ਕੀ,
ਚਲੋ ਹੁਣ ਪੰਜਾਂ ਦੀ એનર્ਜੀ ਪਹਿਲਾਂ ਨਾਲੋਂ ਕੀ ਹੋ ਗਈ, ਗਰੋ ਕਰ ਗਈ। ਪਹਿਲਾਂ ਇੰਨੀ એનર્ਜੀ ਸੀ, ਹੁਣ ਥੋੜੀ એનર્ਜੀ ਇਨਕਰੀਜ਼ ਹੋ ਗਈ। ਓਕੇ, ਬਟ ਇੱਕ ਕਨਸੈਪਟ ਇੱਥੇ ਹੋਰ ਆਉਂਦਾ, ਦੈਟ ਇਜ਼ ਓਰੀਐਂਟੇਸ਼ਨ। ਦੈਟ ਇਜ਼ ਓਰੀਐਂਟੇਸ਼ਨ। ਦੇਖੋ ਜਿਹੜੇ ਡੀ ਆਰਬਿਟਲਸ ਹੁੰਦੇ ਨੇ, ਠੀਕ ਹੈ, ਉਹਨਾਂ ਪੰਜਾਂ ਦੀ ਓਰੀਐਂਟੇਸ਼ਨ ਤਾਂ ਡਿਫਰੈਂਟ ਹੈ ਨਾ। ਅਗਰ ਸਭ ਦੀ એનર્ਜੀ ਸੇਮ ਹੈ, ਉਹਨਾਂ ਦੀ ਓਰੀਐਂਟੇਸ਼ਨ ਉਹ ਪੋਜੀਸ਼ਨ ਤਾਂ ਉਹਨਾਂ ਦੀ ਸਭ ਅਲੱਗ-ਅਲੱਗ ਡਿਫਰ ਕਰ ਰਹੇ ਨੇ। ਜਦੋਂ ਵੀ ਲੀਗੈਂਡ ਆਏਗਾ ਤਾਂ ਜਿਹੜੇ ਮੀਨਸ ਕੀ ਨੇਗੇ ਇੱਥੇ ਆਪਣੇ ਕੋਲ, ਜਦੋਂ ਵੀ ਲੀਗੈਂਡਸ ਆਏਗਾ ऑर्बिटल्स ਦੀ ਜਿਹੜੀ ओरिएंटेशन ਹੈ, ਕਿਆ ओरिएंटेशन, ਉਹ ਸਭ ਦੀ ਡਿਫਰੈਂਟ ਹੈ। ਓਕੇ, ਜੇਕਰ ओरिएंटेशन ਡਿਫਰੈਂਟ ਹੈ ਤਾਂ ਕੀ ਹੋਏਗਾ, ਇੰਟਰੈਕਸ਼ਨ ਜਿਹੜੀ ਹੋਏਗੀ ਲੀਗੈਂਡਸ ਨਾਲ ਉਹ ਵੀ ਡਿਫਰੈਂਟ ਹੋਏਗੀ। ਉਹ ਵੀ ਕੀ ਹੋਏਗੀ, ਡਿਫਰੈਂਟ ਹੋਏਗੀ। ਦੇਖੋ ਸਭ ਤੋਂ ਪਹਿਲਾਂ ਅਸੀਂ ਕੀ ਪੜ੍ਹਿਆ ਵੀ એનર્ਜੀ ਹੁੰਦੀ ਹੈ ਸਭ ਦੀ ਸੇਮ, ਫਿਰ ਲੀਗੈਂਡਸ ਆਉਂਦੇ ਨੇ, ਸਭ ਦੀ એનર્ਜੀ ਕੀ ਕਰ ਜਾਂਦੀ ਹੈ, ਰਾਈਜ਼ ਕਰ ਜਾਂਦੀ ਹੈ। ਹੁਣ ਕੀ ਹੋਏਗਾ, ਹੁਣ ਮੇਨ ਆ ਗਿਆ ਕਿ ਜਿਹੜੇ ਲੀਗੈਂਡ ਦੀ ਤਰਫ ਨੂੰ ਹੋਣਗੇ, ਜਿਨ੍ਹਾਂ ਦੀ ਓਰੀਐਂਟੇਸ਼ਨ ਲੀਗੈਂਡ ਦੀ ਤਰਫ ਹੋਏਗੀ, ਉਹ ਜ਼ਿਆਦਾ ਰਿਪੈਲ ਕਰਨਗੇ। ਠੀਕ ਹੈ ਨਾ, ਠੀਕ ਹੈ, ਓਕੇ, ਕਲੀਅਰ ਹੋ ਗਿਆ। ਸਪੋਜ਼ ਇਹ ਦੇਖੋ ਇਹ 5 ऑर्बिटल ਨੇ। ਓਕੇ, ਇਹ 5 ऑर्बिटल ਨੇ। ਸਪੋਜ਼ ਦਿਸ ਇਜ਼ ਲੀਗੈਂਡ। ਓਕੇ, ਜੋ ਇਹਨਾਂ ਦੋਨਾਂ ਦੀ ਜਿਹੜੀ ਓਰੀਐਂਟੇਸ਼ਨ ਹੈ ਉਹ ਇਹਦੇ ਵੱਲ ਹੈ, ਇਹ ਦੂਰ ਪਏ ਨੇ ਹਜੇ। ਸਪੋਜ਼, ਜਸਟ ਸਪੋਜੀਸ਼ਨ ਹੈ, ਇਹ ਜਿਹੜੇ ਨੇ ਇਹਦੇ ਵੱਲ ਨੂੰ ਨੇ, ਤਾਂ ਇਹ ਜ਼ਿਆਦਾ ਰਿਪੈਲ ਕਰਨਗੇ ਇਹਨਾਂ ਦੇ ਕੰਪੈਰੀਜ਼ਨ 'ਚ। ਇਹ ਦੋਨੋਂ ਜ਼ਿਆਦਾ ਰਿਪੈਲ ਕਰਨਗੇ। ਠੀਕ ਹੈ ਨਾ ਜੀ, ਜੇ ਰਿਪੈਲ ਕਰਨਗੇ ਇਹਨਾਂ ਦੀ ਦੂਸਰੇ ਦੇ ਕੰਪੈਰੀਜ਼ਨ, ਤਾਂ ਫਿਰ ਇਹਨਾਂ ਦੀ એનર્ਜੀ ਕੀ ਹੋਏਗੀ, ਇਹਨਾਂ ਦੋਨਾਂ ਦੀ એનર્ਜੀ ਕੀ ਹੋ ਜਾਏਗੀ, ਜ਼ਿਆਦਾ ਹੋ ਜਾਏਗੀ ਉਹਨਾਂ ਦੇ ਕੰਪੈਰੀਜ਼ਨ 'ਚ। ਇਹ ਮੇਨ ਕਨਸੈਪਟ ਹੈ, ਇਹਦੇ ਵਿੱਚ ਬਹੁਤ ਇਹਨੂੰ ਤੁਸੀਂ ਧਿਆਨ ਨਾਲ ਸਮਝਣਾ ਇਸ ਕਨਸੈਪਟ ਨੂੰ। ਓਕੇ ਜੀ, ਤੁਸੀਂ ਦੇਖ ਸਕਦੇ ਹੋ, ਆ ਦੇਖੋ ਇਹਦੇ ਵਿੱਚ ਕੀ ਲਿਖਿਆ ਹੋਇਆ, as the d orbitals have different orientations and therefore these orbital will experience different interactions from the ligands। ਹੁਣ interaction ਕਿਵੇਂ ਦੀ ਹੋਏਗੀ, ਆ ਦੇਖੋ interaction, ਦੇਖੋ orbitals lying in the direction of ligand, ਜਦੋਂ ligand ਆਇਆ ਕੁਝ ਐਸੇ ऑर्बिटल ਹੋਣਗੇ ਜਿਹੜੇ ਉਹਦੀ ਡਾਇਰੈਕਸ਼ਨ 'ਚ ਹੋਣਗੇ। ਠੀਕ ਹੈ, ਕੁਝ ਐਸੇ ਵੀ ऑर्बिटल ਹੋਣਗੇ 5 ਦੇ ਵਿੱਚੋਂ ਜਿਹੜੇ ਉਹ ਤੋਂ ਅਵੇ ਹੋਣਗੇ। ਠੀਕ ਹੈ ਨਾ, ਜਿਹੜੇ ਉਹਦੀ ਡਾਇਰੈਕਸ਼ਨ ਦੇ ਵਿੱਚ ਹੋਣਗੇ ਉਹਨਾਂ ਦੀ ਰਿਪਲਸ਼ਨ ਸਭ ਤੋਂ ਜ਼ਿਆਦਾ ਹੋਏਗੀ ਔਰ ਉਹਨਾਂ ਦੀ એનર્ਜੀ ਵੀ ਵੱਧ ਰੇਜ਼ ਕਰੇਗੀ। ਇਹ ਦੂਰ ਹੋਣਗੇ, ਲੈਸਰ ਇੰਟਰੈਕਸ਼ਨ ਹੋਏਗੀ ਉਹਨਾਂ ਨਾਲ, ਤੇ એનર્ਜੀ ਵੀ ਕੁਝ ਜ਼ਿਆਦਾ ਰੇਜ਼ ਨਹੀਂ ਕਰੇਗੀ। ਓਕੇ, ਤਾਂ ਇੱਥੇ ਜਿਹੜੀ ਹੈਗੀ ਹੈ, ਇੱਥੇ ਆ ਜਾਂਦੀ ਹੈ ਸਪਲਿਟਿੰਗ। ਫਿਰ ਇਹਦਾ ਮਤਲਬ ਕੀ ਹੋਇਆ, ਦੇਖੋ ਪਹਿਲਾਂ એનર્ਜੀ ਘੱਟ ਸੀ, ਫਿਰ એનર્ਜੀ ਰੇਜ਼ ਕਰ ਗਈ, ਫਿਰ ਇੱਥੇ ਕਨਸੈਪਟ ਆਇਆ ਓਰੀਐਂਟੇਸ਼ਨ ਦਾ। ਠੀਕ ਹੈ, ਲੀਗੈਂਡ ਦੇ ਕੰਪੈਰੀਜ਼ਨ 'ਚ ਓਰੀਐਂਟੇਸ਼ਨ ਦਾ। ਫਿਰ ਕੁਝ ऑर्बिटल ਐਸੇ ਸੀ ਜੋ ਇਹਦੇ ਨਾਲ ਡਾਇਰੈਕਟ ਜੋ ਓਰੀਐਂਟ ਕਰ ਰਹੇ ਸੀ ਇਹਦੀ ਤਰਫ, ਦੂਸਰੇ ਇਸ ਤੋਂ ਅਵੇ ਸੀ, ਤਾਂ ਇਹਨਾਂ ਦੀ ਜਿਹੜੀ એનર્ਜੀ ਹੈ ਇਹ ਹੋਰ ਰਾਈਜ਼ ਕਰ ਜਾਏਗੀ, ਇਹ ਇੱਥੇ ਦੇ ਇੱਥੇ ਹੀ ਰਹਿ ਜਾਣਗੇ। ਠੀਕ ਹੈ ਨਾ, ਸੋ ਸਮਝ ਸਕਦੇ ਹੋ, ਦਿਸ ਇਜ਼ ਕਾਲਡ ਕ੍ਰਿਸਟਲ ਫੀਲਡ ਸਪਲਿਟਿੰਗ। ਇਸ ਨੂੰ ਹੀ ਕ੍ਰਿਸਟਲ ਫੀਲਡ ਸਪਲਿਟਿੰਗ ਕਹਿੰਦੇ ਹਾਂ ਅਸੀਂ। ਆ ਦੇਖੋ ਇੱਥੇ ਡਾਇਗਰਾਮ ਨਾਲ ਸਮਝੋ, ਇਹ ਵੈਰੀ ਇੰਪੋਰਟੈਂਟ ਡਾਇਗਰਾਮ। ਇਹਦੇ ਵਿੱਚ ਕੀ ਦਿੱਤਾ ਹੋਇਆ, ਦੇਖੋ ਡੀ ऑर्बिटल्स ਪਹਿਲਾਂ ਫ੍ਰੀ ਮੈਟਲ ਦੇ ਆਰਾਮ ਨਾਲ ਨੇ। ਠੀਕ ਹੈ ਨਾ, ਆਰਾਮ ਨਾਲ ਪਏ ਨੇ 5 ਦੇ 5। ਜਦੋਂ ਹੀ ਇਹਨਾਂ ਦੇ ਲੀਗੈਂਡ ਜਿਹੜੀ ਹੈਗੀ ਆ ਐਂਟਰੀ ਹੁੰਦੀ ਆ, ਤੇ ਥੋੜੇ ਜਿਹੇ ਰਿਪੈਲ ਕਰ ਜਾਂਦੇ ਨੇ, ਤੇ ਇਹਨਾਂ ਦੀ એનર્ਜੀ ਥੋੜੀ ਜਿਹੀ ਹਾਈ ਹੋ ਜਾਂਦੀ ਹੈ। ਠੀਕ ਹੈ ਨਾ, ਫਿਰ ਇਹਦੇ ਵਿੱਚੋਂ ਕੁਝ ਐਸੇ ਹੋਣਗੇ ਜਿਨ੍ਹਾਂ ਦੀ ਓਰੀਐਂਟੇਸ਼ਨ ਲੀਗੈਂਡ ਵੱਲ ਹੈ, ਤਾਂ ਜ਼ਿਆਦਾ ਰਿਪੈਲ ਕਰਨਗੇ। ਜੇ ਉਹ ਜ਼ਿਆਦਾ ਰਿਪੈਲ ਕਰਨਗੇ ਤਾਂ ਦੇਖੋ ਰਿਪੈਲ ਕਰਨ ਵਾਲੇ ਉੱਪਰ ਚਲੇ ਗਏ, ਔਰ ਦੂਸਰਿਆਂ ਦੀ ਜਿਹੜੀ એનર્ਜੀ ਹੈਗੀ ਆ ਉਹ ਓਨੀ ਦੀ ਓਨੀ ਰਹਿ ਜੂਗੀ। ਹੁਣ ਜਿਹੜੇ ਇਹ ਅਸੀਂ ਗੱਲ ਕਰ ਰਹੇ ਹਾਂ ਮੇਨਲੀ ਓਕਟਾਹੈਡਰਲ ਕੋਆਰਡੀਨੇਸ਼ਨ ਨੰਬਰ 6। ਓਕੇ, ਟੈਟਰਾਹੈਡਰਲ ਦੀ ਅਲੱਗ ਗੱਲ ਹੈ, ਇੱਥੇ ਅਸੀਂ ਓਕਟਾਹੈਡਰਲ ਦੀ ਗੱਲ ਕਰ ਰਹੇ ਹਾਂ। ਓਕੇ, ਤਾਂ ਜਿਹੜੇ ਉੱਪਰ ਰਾਈਜ਼ ਕਰ ਗਏ ऑर्बिटल्स, ਉਹਨਾਂ ਦਾ ਨਾਮ ਕੀ ਹੈ, ਦੈਟ ਇਜ਼ dx2 ਮਾਈਨਸ y2 ਹੋ ਗਿਆ, ਦੂਸਰਾ dz ਦੀ ਸਕੁਆਇਰ ਹੋ ਗਿਆ। ਓਕੇ, ਔਰ ਜੋ ਨੀਚਲੇ ਨੇ ਉਹ ਕਿਹੜੇ ਨੇ, dxy ਹੋ ਗਿਆ, ਐਂਡ dyz ਹੋ ਗਿਆ, dzx ਹੋ ਗਿਆ। ਤਿੰਨ ਜਿਹੜੇ ਨੇ ਉਹ ਨੀਚੇ ਆ ਜਾਣਗੇ। ਠੀਕ ਹੈ ਜੀ, ਜੋ ਉੱਪਰਲੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਦੀ ਗੱਲ ਕਰੀਏ ਤਾਂ ਉਹਨੂੰ ਤੁਸੀਂ ਡਿਨੋਟ ਕਰੋਗੇ EG ਨਾਲ, ਜੋ ਨੀਚਲੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਉਹਨੂੰ ਤੁਸੀਂ ਡਿਨੋਟ ਕਰੋਗੇ T2G ਨਾਲ। ਠੀਕ ਹੈ ਜੀ, ਔਰ ਮੇਨ ਥਿੰਗ ਕੀ ਹੈ, ਜਿਹੜਾ ਇਹ ਗੈਪ ਹੈ ਉੱਪਰ ਵਾਲਾ ਗੈਪ, ਇਹ 6 ਹੁੰਦਾ ਹੈਗਾ, ਜਿਹੜਾ ਨੀਚੇ ਵਾਲਾ ਗੈਪ ਹੈ ਇਹ ਤੁਸੀਂ ਕਹਿ ਸਕਦੇ ਹੋ -4 ਹੁੰਦਾ। ਵੈਰੀ ਇੰਪੋਰਟੈਂਟ, ਇਹ ਬਹੁਤ ਇੰਪੋਰਟੈਂਟ ਹੈ। ਜਾਂ ਤੁਸੀਂ ਕੀ ਕਰ ਸਕਦੇ ਹੋ, ਇਹਨੂੰ ਮੰਨ ਸਕਦੇ ਹੋ ਤੁਸੀਂ 3/5 ਉੱਪਰ ਵਾਲੇ ਨੂੰ। ਠੀਕ ਹੈ, ਡੈਟ ਇਜ਼ ਡੈਲਟਾ ਡੀ। ਓਕੇ, ਡੈਲਟਾ ਡੀ ਰਿਪਰੈਜ਼ੈਂਟਸ ਦ ਗੈਪ, ਓਕੇ, ਬਿਟਵੀਨ ਟॉप ਐਂਡ ਬਿਟਵੀਨ ਦ ਬॉटम। ਓਕੇ, ਸੋ ਜੋ -2/5 ਹੈ ਉਹ ਕੀ ਹੈ, ਮੀਨ ਪੋਜੀਸ਼ਨ ਤੋਂ ਡਿਸਟੈਂਸ ਹੈ ਇਹ ਵਾਲਾ।
ठीक है जी, ये -2/5 हो गया। ਨੈਕਸਟ ਆ ਗਿਆ ਕਿ 5 ਜਿਹੜੇ ਆਰਬਿਟਲ ਨੇ ਦੇਖੋ ਸਪਲਿਟ ਹੋ ਚੁੱਕੇ ਨੇ, ਦਿਸ ਇਜ਼ ਕ੍ਰਿਸਟਲ ਫੀਲਡ ਸਪਲਿਟਿੰਗ। ਜੋ ਉੱਪਰ ਵਾਲੇ ਨੇ ਉਹਨਾਂ ਦੀ એનર્ਜੀ ਕੀ ਹੋਏਗੀ, ਹਾਇਰ એનર્ਜੀ। ਜੋ ਨੀਚੇ ਵਾਲੇ ਨੇ ਉਹਨਾਂ ਦੀ ਕੀ ਹੋਏਗੀ, ਲੋਅਰ એનર્ਜੀ। ਔਰ ਇੱਥੇ ਦੱਸਿਆ ਹੋਇਆ ਕਿ ਇੱਥੇ ਕੀ ਹੈ, ਇਹ ਆਕਟਾਹਾਈਡਰਲ ਕੰਪਲੈਕਸ ਵਾਸਤੇ ਹੈ। ਠੀਕ ਹੈ ਜੀ, ਨੈਕਸਟ ਦੇਖੋ ਇਹਦੇ ਵਿੱਚ ਕੀ ਹੈ, ਅਕੋਰਡਿੰਗ ਟੂ ਹੰਟਸ ਰੂਲ। ਹੰਟਸ ਰੂਲ ਦੇ ਅਕੋਰਡਿੰਗ ਕੀ ਹੈ, ਹੰਟਸ ਰੂਲ ਕਹਿੰਦਾ ਹੈ ਕਿ ਅਗਰ ਡੀ ਦੇ ਵਿੱਚ ਇੱਕ ਇਲੈਕਟ੍ਰੋਨ ਹੈ ਤਾਂ ਉਹ ਐਵੇਂ ਐਵੇਂ ਜਿਹੜੀ ਹੈਗੀ ਆ, ਮਤਲਬ ਉਹਦੀ ਜਿਹੜੀ ਫਿਲਅਪ ਹੈਗੀ ਆ ਉਹ ਐਦਾਂ ਹੋ ਜਾਏਗੀ। ਕੀ ਕਹਿ ਰਿਹਾ ਹੰਟਸ ਰੂਲ, ਇਲੈਕਟ੍ਰੋਨ ਅਕੂਪਾਈ ਅ ਸੈਟ ਆਫ orbitals of same energy one at a time with their spin parallel। ਦੇਖੋ 1 ਦੇ ਵਿੱਚ ਤਾਂ ਕੋਈ ਪ੍ਰੋਬਲਮ ਨਹੀਂ ਹੈ, ਠੀਕ ਹੈ, ਨੀਚੇ ਵਾਲੇ ਚ ਐਡਜਸਟ ਹੋ ਜਾਏਗਾ। ਅਗਰ 2 ਨੇ ਤਾਂ 2 ਵੀ ਇੱਦਾਂ ਹੀ ਐਡਜਸਟ ਹੋ ਜਾਣਗੇ। ਅਗਰ 3 ਨੇ ਤਾਂ ਇਹ ਵੀ ਇੱਦਾਂ ਹੀ ਐਡਜਸਟ ਹੋ ਜਾਣਗੇ, ਇਹਦੇ ਵਿੱਚ ਫਿਲਅਪ ਹੋ ਜਾਣਗੇ। ਪ੍ਰੋਬਲਮ ਕਿੱਥੇ ਆਉਂਦੀ ਹੈ, ਪ੍ਰੋਬਲਮ ਆਉਂਦੀ ਹੈ ਜਦੋਂ D4 ਦੀ ਗੱਲ ਕਰਦੇ ਹਾਂ, ਠੀਕ ਹੈ। ਤਾਂ ਇਸ ਦੇ ਵਿੱਚ ਕੀ ਹੁੰਦਾ ਹੈ, ਜਦੋਂ D4 ਹੁੰਦਾ ਹੈ, ਦੋ ਪੋਸੀਬਿਲਿਟੀਜ਼ ਹੋ ਸਕਦੀਆਂ ਨੇ। ਦੇਅਰ ਆਰ 2 ਪੋਸੀਬਿਲਿਟੀਜ਼, ਫਿਲ ਕਰਨ ਦੀਆਂ 2 ਪੋਸੀਬਿਲਿਟੀਜ਼ ਹੋ ਸਕਦੀਆਂ ਨੇ। ਪਹਿਲੀ ਪੋਸੀਬਿਲਿਟੀ ਤਾਂ ਇਹ ਹੈ ਕਿ ਅਗਰ ਅਸੀਂ ਜਿਹੜੇ ਇਲੈਕਟ੍ਰੋਨਸ ਨੇ 4 ਨੇ ਨਾ ਸਾਡੇ ਕੋਲ, ਜਾਂ ਤਾਂ ਹੋ ਸਕਦਾ ਅਸੀਂ ਚਾਰਾਂ ਨੂੰ ਇੱਥੇ ਸ਼ਿਫਟ ਕਰ ਦਈਏ, ਜਾਂ ਹੋ ਸਕਦਾ ਵੀ 3 ਜਿਹੜੇ ਨੇ ਉਹਨਾਂ ਨੂੰ ਇੱਥੇ ਲਗਾ ਦਈਏ ਤੇ ਇੱਕ ਜਿਹੜਾ ਉੱਪਰ ਭੇਜ ਦਈਏ। ਬਟ ਇੱਥੇ ਜਿਹੜੀ ਹੈ ਸਾਡੀ ਜਿਹੜੀ ਹੈਗੀ ਚੋਇਸ ਨਹੀਂ ਚੱਲੂਗੀ। ਓਕੇ, ਉਹ ਡਿਪੈਂਡ ਕਰਦਾ ਕਿ ਲੀਗੈਂਡ ਕਿਵੇਂ ਦਾ। ਠੀਕ ਹੈ ਜੀ, ਇਹਨਾਂ ਨੇ ਕੀ ਲਿਖਿਆ, 2 ਪੋਸੀਬਿਲਿਟੀਜ਼ ਕਿਹੜੀਆਂ ਕਿਹੜੀਆਂ ਨੇ ਦੇਖੋ। 4 ਇਲੈਕਟ੍ਰੋਨ ਮੇ ਅਕੂਪਾਈ lower set of the orbital with 1 electron gets paired, that is T2g। ਕੀ ਕਨਫਿਗਰੇਸ਼ਨ ਹੋ ਜਾਏਗੀ, ਜੇਕਰ 4 ਇਹਦੇ ਵਿੱਚ ਫਿਲ ਕਰ ਦਿੰਦੇ ਆ, ਚੌਥਾ ਵੀ ਅਸੀਂ ਇਹਦੇ ਵਿੱਚ ਹੀ ਫਿਲ ਕਰ ਦਿੰਦੇ ਆ, ਪੇਅਰਿੰਗ ਹੋ ਜਾਂਦੀ ਹੈ, ਠੀਕ ਹੈ ਨਾ। ਤਾਂ ਦੈਟ ਮੀਨ ਕੀ ਕਨਫਿਗਰੇਸ਼ਨ ਹੋਏਗੀ, T2g4। ਹੁਣ ਪੇਅਰਿੰਗ ਕਿਉਂ ਹੋਈ, ਰੀਜ਼ਨ ਬਿਹਾਈਂਡ ਦਿਸ। ਦੇਖੋ ਪੇਅਰਿੰਗ ਤਾਂ ਹੋਈ ਹੈ ਕਿਉਂਕਿ ਜਿਹੜਾ ਇਹ ਗੈਪ ਹੈ ਨਾ, ਇਹ ਗੈਪ ਹੈ ਜਿਹੜਾ, ਇਹ ਬਹੁਤ ਜ਼ਿਆਦਾ ਹਾਈ ਹੈ। ਠੀਕ ਹੈ, ਇੱਥੇ ਥੋੜਾ ਜਨਰਲੀ ਸਮਝੋ, ਪਾਰਟਿਕੂਲਰਲੀ ਮੈਂ ਐਗਜ਼ਾਮਪਲ ਨਾਲ ਪੂਰਾ ਕਲੀਅਰ ਦੱਸੂਗੀ, ਫਿਲਹਾਲ ਤੁਸੀਂ ਇੱਥੇ ਫੋਕਸ ਕਰੋ। ਜੋ ਇਹ ਗੈਪ ਹੈ ਇਹ ਬਹੁਤ ਜ਼ਿਆਦਾ ਲਾਰਜ ਹੈ, ਠੀਕ ਹੈ ਨਾ, ਹਾਈ ਹੈ। ਜੇਕਰ ਹਾਈ ਹੈ ਤਾਂ ਜੇ ਇਹ ਇਲੈਕਟ੍ਰੋਨ ਸੀ ਜੋ ਲਾਸਟ ਵਾਲਾ, ਇਹ ਕੀ ਨਹੀਂ ਕਰੂਗਾ, ਉੱਪਰ ਜੰਪ ਨਹੀਂ ਕਰੂਗਾ, ਬਿਕੋਜ਼ ਡਿਸਟੈਂਸ ਜੋ ਹੈ ਕਾਫੀ ਜ਼ਿਆਦਾ ਹਾਈ ਹੈ, ਲਾਰਜ ਹੈ। ਬਟ ਦੂਸਰੇ ਕੇਸ ਦੀ ਗੱਲ ਕਰੀਏ, ਹੋ ਸਕਦਾ ਜਿਹੜਾ 4th ਇਲੈਕਟ੍ਰੋਨ ਹੈ ਉਹ ਉੱਪਰ ਸ਼ਿਫਟ ਕਰ ਜੇ, ਠੀਕ ਹੈ ਨਾ, ਬਿਕੋਜ਼ ਇਹ ਗੈਪ ਜਿਹੜਾ ਹੈ ਬਹੁਤ ਜ਼ਿਆਦਾ ਘੱਟ ਹੈ। ਇੱਥੇ ਰਿਪਲਸ਼ਨ ਦੇਖਣੀ ਪੈਣੀ ਹੈ ਸਾਨੂੰ, ਕਿ ਇੱਥੇ ਰਿਪਲਸ਼ਨ ਜ਼ਿਆਦਾ ਹੋ ਰਹੀ ਹੈ ਜਾਂ ਇੱਥੇ ਰਿਪਲਸ਼ਨ ਜ਼ਿਆਦਾ ਹੋ ਰਹੀ ਹੈ। ਤਾਂ ਤੁਸੀਂ 2 ਕੇਸ ਸਮਝ ਸਕਦੇ ਹੋ, ਜੇਕਰ ਇਹ ਹਾਈ ਹੈ ਗੈਪ ਤਾਂ ਪੇਅਰਿੰਗ ਹੋ ਜਾਏਗੀ, ਜੇਕਰ ਹਾਈ ਨਹੀਂ ਹੈ, ਸਮੌਲ ਹੈ, ਤਾਂ ਪੇਅਰਿੰਗ ਨਹੀਂ ਹੋਏਗੀ। ਕੱਲ ਪਾਰਟ 4 ਦੇ ਵਿੱਚ ਕਨਸੈਪਟ ਦੱਸਿਆ ਸੀ ਲੋ ਸਪਿਨ ਹਾਈ ਸਪਿਨ ਦਾ ਕਨਸੈਪਟ, ਇੱਕ ਦੱਸਿਆ ਸੀ ਸਪੈਕਟ੍ਰੋਕੈਮੀਕਲ ਸੀਰੀਜ਼ ਦਾ ਕਨਸੈਪਟ। ਉਹ ਦੋਨੋਂ ਕਨਸੈਪਟ ਇੱਥੇ ਯੂਜ਼ ਹੋਣਗੇ। ਜਿਸਨੇ ਉਹ ਪਾਰਟ 4 ਨਹੀਂ ਦੇਖਿਆ ਉਹ ਪਹਿਲਾਂ ਪਾਰਟ 4 ਦੇਖੋ, ਵਿਦਾਊਟ ਪਾਰਟ 4 ਪਾਰਟ 5 ਸਮਝ ਨਹੀਂ ਆਏਗਾ। ਠੀਕ ਹੈ ਜੀ, ਪਹਿਲਾਂ ਉਹਨੂੰ ਕਲੀਅਰ ਕਰ ਲਓ। ਹੁਣ ਦੇਖੋ T4 ਜਿਹੜੀ ਅਸੀਂ ਉੱਪਰ ਹੁਣੀ ਡਾਇਗਰਾਮ ਕੀਤੀ ਹੈ, ਉਹਦੇ ਵਿੱਚ ਕੀ ਇਲੈਕਟ੍ਰੋਨਿਕ ਕਨਫਿਗਰੇਸ਼ਨ ਬਣੀ ਹੈ, ਮਤਲਬ ਚਾਰੋਂ ਜਿਹੜੇ ਨੇ ਨੀਚੇ ਹੀ ਫਿਲ ਹੋ ਗਏ, ਠੀਕ ਹੈ, ਨੀਚੇ ਹੀ ਫਿਲ ਹੋ ਗਏ। ਤਾਂ ਇਹਦਾ ਮਤਲਬ ਹੈ ਇਹ ਉਸ ਕੇਸ ਦੇ ਵਿੱਚ ਇਹ ਵਾਲੀ ਚੀਜ਼ ਹੋਏਗੀ ਜਿੱਥੇ ਸਟਰੋਂਗ ਫੀਲਡ ਆਫ ਲੀਗੈਂਡ ਤੁਹਾਨੂੰ ਦਿਖਾਈ ਦਿੰਦੇ ਨੇ। ਸਪੈਕਟ੍ਰੋਕੈਮੀਕਲ ਸੀਰੀਜ਼ ਦੱਸੀ ਸੀ ਮੈਂ ਤੁਹਾਨੂੰ, ਸਪੈਕਟ੍ਰੋਕੈਮੀਕਲ ਦੇ ਜਿਹੜੇ ਰਾਈਟ ਵੱਲ ਹੁੰਦੇ ਨੇ ਉਹ ਸਟਰੋਂਗ ਹੁੰਦੇ ਨੇ, ਤੇ ਜਿਹੜੇ ਲੈਫਟ ਵੱਲ ਲੀਗੈਂਡਸ ਨੇ ਉਹ ਵੀਕ ਹੁੰਦੇ ਨੇ। ਸਮਝ ਸਕਦੇ ਹੋ, ਇਹ ਵਾਲਾ ਕੇਸ, ਇਹ ਕੇਸ ਇਹ ਵਾਲੇ ਕੇਸਿਸ ਦੇ ਵਿੱਚ ਬਣੇਗਾ, ਠੀਕ ਹੈ ਨਾ। ਇਹ ਵਾਲੇ ਕੇਸਿਸ ਮੀਨਸ ਜੋ ਸਟਰੋਂਗ ਲੀਗੈਂਡਸ ਵਾਲੇ ਕੇਸ ਨੇ ਉਹਦੇ ਵਿੱਚ ਲੋ ਸਪਿਨ ਕੰਪਲੈਕਸ ਦਾ ਜੋ ਹੈ ਕੇਸ ਬਣੇਗਾ। ਤਾਂ ਤੁਸੀਂ ਸਮਝ ਲਓ 2 ਹੀ ਕਨਸੈਪਟ ਨੇ। ਅਗਰ ਸਟਰੋਂਗ ਲੀਗੈਂਡਸ ਨੇ ਤਾਂ ਉਹਦੇ ਵਿੱਚ ਜੋ ਡੈਲਟਾ ਨੋਡ ਹੈ, ਮੀਨਸ ਡੈਲਟਾ O ਕਹੋਗੇ ਤੁਸੀਂ ਫॉर ਆਕਟਾਹਾਈਡਰਲ, ਉਹ ਗੈਪ ਜੋ ਹੈ ਜ਼ਿਆਦਾ ਹੋ ਜਾਏਗਾ। ਠੀਕ ਹੈ ਜੀ, ਬਟ ਅਗਰ ਇਹਦੀ ਗੱਲ ਕਰੀਏ ਅਸੀਂ, ਦਿਸ ਇਜ਼ ਹਾਈ ਸਪਿਨ ਕੰਪਲੈਕਸ, ਇਹਦੇ ਵਿੱਚ ਕੀ ਹੋਏਗਾ, ਇਹ ਉਹਦੇ ਲਈ ਹੈ ਜੋ ਵੀਕ ਲੀਗੈਂਡਸ ਹੁੰਦੇ ਨੇ, ਫॉर ਵੀਕ ਲੀਗੈਂਡ। ਸਪੈਕਟ੍ਰੋਕੈਮੀਕਲ ਸੀਰੀਜ਼ ਦੇਖੋਗੇ ਉੱਥੋਂ ਕਲੀਅਰ ਹੋ ਜਾਏਗਾ। ਠੀਕ ਹੈ ਜੀ, ਐਗਜ਼ਾਮਪਲਸ ਵੀ ਰੱਖੀਆਂ ਨੇ ਆਪਾਂ, ਉੱਥੋਂ ਵੀ ਦੇਖਾਂਗੇ। ਇਹਦੇ ਵਿੱਚ ਕੀ ਹੈ, ਦ ਰਿਪਲਸ਼ਨ ਡਿਊ ਟੂ ਪੇਅਰਿੰਗ ਆਫ ਇਲੈਕਟ੍ਰੋਨ ਵਿਲ ਬੀ ਲੈਸ ਦੈਨ। ਦੇਖੋ ਇਹਦੇ ਵਿੱਚ ਇਸ ਕੇਸ ਦੇ ਵਿੱਚ ਜੋ ਪੇਅਰਿੰਗ ਹੈ, ਪੇਅਰਿੰਗ ਲੈਸ ਹੈ ਬਟ ਗੈਪ ਜ਼ਿਆਦਾ ਹੈ, ਠੀਕ ਹੈ ਨਾ। ਗੈਪ ਜ਼ਿਆਦਾ ਹੋਣ ਕਰਕੇ ਜੋ ਇਲੈਕਟ੍ਰੋਨ ਹੈ ਉਹ ਉੱਪਰਲੇ ਆਰਬਿਟਲ ਦੇ ਵਿੱਚ ਜੰਪ ਨਹੀਂ ਕਰ ਸਕਦਾ, ਇਸ ਕਰਕੇ ਉਹਨੂੰ ਨੀਚੇ ਹੀ ਜੋ ਹੈ ਪੇਅਰਿੰਗ ਕਰਨੀ ਪੈਂਦੀ ਹੈ। ਇਹਦੇ ਵਿੱਚ ਕੀ ਹੈ, ਜੋ ਡੈਲਟਾ ਨੋਡ ਹੈ ਘੱਟ ਹੁੰਦੀ ਹੈ, ਇਹਦੇ 'ਚ ਗੈਪ ਘੱਟ ਹੁੰਦਾ, ਠੀਕ ਹੈ ਨਾ। ਗੈਪ ਘੱਟ ਹੋਣ ਕਰਕੇ ਇਹਦੇ ਵਿੱਚ ਜੋ ਪੇਅਰਿੰਗ ਨਹੀਂ ਹੁੰਦੀ, ਰਿਪਲਸ਼ਨ ਜ਼ਿਆਦਾ ਹੋ ਜਾਂਦੀ ਹੈ। ਰਿਪਲਸ਼ਨ ਹੁੰਦੀ ਹੈ ਤਾਂ ਇਲੈਕਟ੍ਰੋਨ ਉੱਪਰ ਜਾ ਕੇ ਸ਼ਿਫਟ ਹੋ ਜਾਂਦਾ ਹੈ।
ਰਿਪਲਸ਼ਨ ਹੁੰਦੀ ਹੈ। ਇਹਦੇ ਵਿੱਚ ਕੀ ਹੈ, ਰਿਪਲਸ਼ਨ ਡਿਊ ਟੂ ਪੇਅਰਿੰਗ ਆਫ ਇਲੈਕਟ੍ਰੋਨ ਵਿਲ ਬੀ ਲੈਸ, ਇਹਦੇ ਵਿੱਚ ਰਿਪਲਸ਼ਨ ਘੱਟ ਹੈ, ਠੀਕ ਹੈ ਨਾ। ਜੋ ਲੋ ਸਪਿਨ ਹੁੰਦੇ ਨੇ ਉਹਦੇ ਵਿੱਚ ਰਿਪਲਸ਼ਨ ਘੱਟ ਹੁੰਦੀ ਆ, ਜੇ ਰਿਪਲਸ਼ਨ ਘੱਟ ਹੈ ਤਾਂ ਹੀ ਤਾਂ ਜੋ ਹੈ ਪੇਅਰਿੰਗ ਹੋ ਜਾਂਦੀ ਆ। ਉੱਪਰ ਦੇਖਿਆ ਨਾ, ਪੇਅਰਿੰਗ ਹੋ ਜਾਂਦੀ ਹੈ, ਗੈਪ ਵੀ ਬਹੁਤ ਜ਼ਿਆਦਾ ਹੈ, ਪੇਅਰਿੰਗ ਹੋਣੀ ਪੈਂਦੀ ਹੈ। ਤੇ ਇਹਦੇ ਵਿੱਚ ਰਿਪਲਸ਼ਨ ਕੀ ਹੈ, ਬਹੁਤ ਜ਼ਿਆਦਾ ਹੁੰਦੀ ਹੈ, ਇਸ ਕਰਕੇ ਇਲੈਕਟ੍ਰੋਨ ਇਕੱਠੇ ਨਹੀਂ ਆਉਂਦੇ, ਇਲੈਕਟ੍ਰੋਨ ਉੱਪਰਲੇ ਔਰਬਿਟਲ 'ਚ ਜਾ ਕੇ ਜੰਪ ਕਰ ਜਾਂਦਾ ਹੈ, ਠੀਕ ਹੈ ਜੀ। ਔਰ ਇਹਦੇ ਵਿੱਚ ਗੈਪ ਵੀ ਘੱਟ ਹੁੰਦਾ। ਸੋ ਦਿਸ ਇਜ਼ ਫॉर ਹਾਈ ਸਪਿਨ। ਇਹਨੂੰ ਤੁਸੀਂ ਐਗਜ਼ਾਮਪਲ ਨਾਲ ਸਮਝੋ। ਦੇਖੋ ਦਿਸ ਇਜ਼ ਸਪੈਕਟ੍ਰੋਕੈਮੀਕਲ ਸੀਰੀਜ਼, ਜਿਸ ਨੂੰ ਨਹੀਂ ਪਤਾ ਇਹ ਨੋਟ ਕਰ ਲਓ, ਸਪੈਕਟ੍ਰੋਕੈਮੀਕਲ ਸੀਰੀਜ਼ ਹੈ ਇਹ। ਤੁਸੀਂ ਲੈਫਟ ਹੈਂਡ ਸਾਈਡ ਤੇ ਦੇਖੋਗੇ, ਦੇਖੋ ਇਹ ਵੀਕ ਨੇ, ਓਕੇ। ਉਸ ਦਿਨ ਵੀ ਦੱਸਿਆ ਸੀ, ਉਹ VBT ਦੇ ਅਕੋਰਡਿੰਗ ਦੱਸਿਆ ਸੀਗਾ ਕਿ ਪੇਅਰਿੰਗ ਨਹੀਂ ਹੁੰਦੀ, ਓਕੇ। ਸਟਰੋਂਗ ਨੇ ਤਾਂ ਪੇਅਰਿੰਗ ਹੁੰਦੀ ਆ, ਪੇਅਰਿੰਗ ਹੋਏਗੀ ਤਾਂ ਫਿਰ ਗੈਪ ਕੀ ਹੈ, ਦੇਖੋ ਗੈਪ ਬਹੁਤ ਜ਼ਿਆਦਾ ਹੈ, ਪੇਅਰਿੰਗ ਹੋਣੀ ਬਣਦੀ ਹੈ। ਇਸ ਕੇਸ ਦੇ ਵਿੱਚ ਗੈਪ ਕੀ ਹੋਏਗਾ, ਘੱਟ ਹੋਏਗਾ, ਠੀਕ ਹੈ ਨਾ। ਦਿਸ ਇਜ਼ ਫॉर, ਇਹ ਕਿਹਦੇ ਲਈ ਹੈ, ਲੋ ਸਪਿਨ ਲਈ ਹੈ। ਦਿਸ ਇਜ਼ ਫॉर, ਇਹ ਕਿਹਦੇ ਲਈ ਹੈ, ਹਾਈ ਸਪਿਨ ਲਈ ਹੈ, ਓਕੇ। ਅੱਜ ਅਸੀਂ ਕ੍ਰਿਸਟਲ ਫੀਲਡ ਜੋ ਥਿਊਰੀ ਆ ਉਹਨੂੰ ਅਪਲਾਈ ਕਰਕੇ ਦੇਖਾਂਗੇ, ਸਾਰੇ ਕੰਪਲੈਕਸਿਸ ਦੀ ਬੌਂਡਿੰਗ ਕਿਵੇਂ ਦੀ ਆਉਂਦੀ ਹੈ, ਵੈਦਰ ਦੇ ਆਰ ਪੈਰਾਮੈਗਨੈਟਿਕ ਔਰ ਡਾਇਮੈਗਨੈਟਿਕ। ਅੱਜ ਅਸੀਂ ਕ੍ਰਿਸਟਲ ਫੀਲਡ ਥਿਊਰੀ ਨੂੰ ਅਪਲਾਈ ਕਰਕੇ ਚੈੱਕ ਕਰਨਾ ਹੈ, ਓਕੇ ਜੀ। ਦੇਖੋ ਸੋ ਵਿਦ ਦੀ ਹੈਲਪ ਆਫ ਐਗਜ਼ਾਮਪਲ ਸਮਝਦੇ ਆ ਹੁਣ, ਜੇਕਰ ਤੁਹਾਨੂੰ ਨਹੀਂ ਥੋੜਾ ਪਤਾ ਲੱਗਿਆ ਤਾਂ ਹੁਣ ਕਲੀਅਰ ਹੋ ਜਾਏਗਾ। ਮੇਰੇ ਕੋਲੇ ਦੋ ਐਗਜ਼ਾਮਪਲਸ ਨੇ, ਓਕੇ। ਇਹਦੇ ਨਾਲ ਤੁਸੀਂ ਬੌਂਡਿੰਗ ਚੈੱਕ ਕਰਨੀ ਹੈ ਕਿ ਪੈਰਾਮੈਗਨੈਟਿਕ ਨੇ ਜਾਂ ਡਾਇਮੈਗਨੈਟਿਕ ਨੇ। ਵੈਰੀ ਈਜ਼ੀ, ਉਸ ਦਿਨ ਵੀ ਦੱਸਿਆ ਸੀ ਕਿ ਤੁਹਾਨੂੰ ਇਲੈਕਟ੍ਰੋਨਿਕ ਕਨਫੀਗਰੇਸ਼ਨ ਕਾਮਨ ਹੈ, ਇਹਨਾਂ ਦੀ ਆਉਣੀ ਚਾਹੀਦੀ ਹੈ, ਇਹ ਵਾਲੇ ਐਲੀਮੈਂਟਸ ਦੀ ਤਾਂ ਆਉਣੀ ਚਾਹੀਦੀ ਹੈ, ਠੀਕ ਹੈ ਨਾ, ਜੋ ਮੈਟਲਸ ਨੇ। ਸੋ ਇਹਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਇੰਨੀ ਹੁੰਦੀ ਆ। ਆਕਸੀਡੇਸ਼ਨ ਸਟੇਟ ਕੱਢਣਾ ਸਿਖਾਇਆ ਸੀਗਾ ਮੈਨੇ ਪਾਰਟ 2 ਔਰ 3 ਦੇ ਵਿੱਚ, ਆਕਸੀਡੇਸ਼ਨ ਸਟੇਟ, ਹਾਊ ਟੂ ਫਾਈਂਡ ਆਕਸੀਡੇਸ਼ਨ ਸਟੇਟ। ਜਿਸਨੇ ਉਹ ਪਾਰਟ ਦੇਖਿਆ ਉਸਨੂੰ ਤਾਂ ਪਤਾ ਹੈ ਕਿ ਇਹਦੀ ਆਕਸੀਡੇਸ਼ਨ ਸਟੇਟ 2 ਕਿਵੇਂ ਆਈ ਹੈ, ਓਕੇ। ਇਹਦੀ ਆਕਸੀਡੇਸ਼ਨ ਸਟੇਟ 2 ਹੈ, ਸੋ ਆਫਟਰ ਆਕਸੀਡੇਸ਼ਨ ਸਟੇਟ 2 ਮਤਲਬ 2 ਇਹਦੇ ਵਿੱਚੋਂ ਇਲੈਕਟ੍ਰੋਨ ਚਲੇ ਜਾਣਗੇ ਤਾਂ ਇਹਦੇ ਕੋਲ ਇਲੈਕਟ੍ਰੋਨਿਕ ਕਨਫੀਗਰੇਸ਼ਨ 3d5 ਰਹਿ ਜਾਊਗੀ। ਮੇਨ ਹੁਣ ਤੁਸੀਂ ਦੇਖਣਾ ਹੈ ਕਿ ਇਹਦੇ ਕੋਲ 5 ਇਲੈਕਟ੍ਰੋਨ ਨੇ, ਉਹਨਾਂ ਨੂੰ ਅਸੀਂ ਕੀ ਕਰਨਾ, ਫਿਲ ਕਰਨਾ, ਓਕੇ। CN ਕੀ ਹੈ, ਸਪੈਕਟ੍ਰੋਕੈਮੀਕਲ ਸੀਰੀਜ਼ ਦੇ ਅਕੋਰਡਿੰਗ ਸਟਰੋਂਗ ਫੀਲਡ ਲਿਗੈਂਡ ਹੈ, ਸਟਰੋਂਗ ਫੀਲਡ ਲਿਗੈਂਡ, ਓਕੇ। ਜੇ ਸਟਰੋਂਗ ਹੈ ਤਾਂ ਤੁਸੀਂ ਕੀ ਕਰਨਾ ਹੈ, ਇਹਦੇ ਵਿੱਚ ਸਟਰੋਂਗ ਆ ਗਿਆ ਨਾ ਤਾਂ ਓਬਵੀਅਸਲੀ ਲੋ ਸਪਿਨ ਕੰਪਲੈਕਸ ਹੈ, ਲਾਰਜ ਸਪਲਿਟਿੰਗ ਹੋਏਗੀ, ਇਹ ਵੈਲਿਊ ਲਾਰਜ ਹੋਏਗੀ ਔਰ ਪੇਅਰਿੰਗ ਹੋਏਗੀ, ਠੀਕ ਹੈ ਨਾ। ਕੀ ਹੋਏਗੀ, ਪੇਅਰਿੰਗ ਹੋਏਗੀ। ਪੇਅਰਿੰਗ ਕਰ ਦਿਓ 5 ਦੀ, ਠੀਕ ਹੈ ਨਾ, 1 2 3 ਪਹਿਲਾਂ ਲਗਾ ਦਿਓ, ਫਿਰ 4 ਇਹਦੇ ਵਿੱਚ, 5 ਇਹਦੇ ਵਿੱਚ, ਓਕੇ। ਤਾਂ ਪੇਅਰਿੰਗ ਹੋਏਗੀ ਕਿਉਂਕਿ ਇਹ ਇਲੈਕਟ੍ਰੋਨ ਉੱਪਰ ਨਹੀਂ ਜਾ ਸਕਦਾ। ਇੱਥੇ ਰਿਪਲਸ਼ਨਸ ਵੀ ਘੱਟ ਹੁੰਦੀਆਂ ਨੇ, ਜਿਹੜੇ ਲੋ ਸਪਿਨ ਕੰਪਲੈਕਸ ਹੁੰਦੇ ਨੇ ਉਹਦੇ ਵਿੱਚ ਰਿਪਲਸ਼ਨਸ ਘੱਟ ਹੁੰਦੀਆਂ ਨੇ, ਠੀਕ ਹੈ, ਲੈਸ ਹੁੰਦੀਆਂ ਨੇ। ਐਂਡ ਡੈਲਟਾ ਜੋ ਦਿਸ ਇਜ਼ ਡੈਲਟਾ ਡੀ ਜੋ ਵੈਲਿਊ ਹੈ, ਡੈਲਟਾ ਨੋਟ ਸੋਰੀ, ਇਹ ਵੈਲਿਊ ਲਾਰਜ ਹੁੰਦੀ ਹੈ, ਇਸ ਕਰਕੇ ਇਲੈਕਟ੍ਰੋਨ ਉੱਪਰ ਜੰਪ ਨਹੀਂ ਕਰਦੇ, ਰਿਪਲਸ਼ਨਸ ਘੱਟ ਹੁੰਦੀਆਂ ਨੇ, ਲੋ ਸਪਿਨ ਕੰਪਲੈਕਸ ਹੁੰਦੇ ਨੇ। ਇੱਥੋਂ ਤੁਹਾਨੂੰ ਪਤਾ ਲੱਗ ਰਿਹਾ ਹੋਊਗਾ ਕਿ ਇਹ ਇੱਕ ਅਨਪੇਅਰਡ ਪਿਆ, ਇਸ ਕਰਕੇ ਇਹ ਪੈਰਾਮੈਗਨੈਟਿਕ ਇਨ ਨੇਚਰ ਹੈ। ਦੇਖੋ ਇੰਨੇ ਈਜ਼ੀ ਵੇ ਦੇ ਨਾਲ ਅਸੀਂ ਇਹਨੂੰ ਚੈੱਕ ਕਰ ਲਿਆ, ਓਕੇ। ਸੋ ਨੈਕਸਟ ਐਗਜ਼ਾਮਪਲ ਦੇਖੋ ਇਹਦੇ ਨਾਲ ਹੀ ਹੈ, ਇੱਕ ਮੈਨੇ ਲਈ ਹੈ ਵੀਕ ਵਾਲੀ, ਇਹ ਵੀਕ ਲਿਗੈਂਡ ਹੈ। ਸੋ ਆਇਰਨ ਦਾ ਇੱਥੇ ਵੀ ਤੁਸੀਂ ਆਕਸੀਡੇਸ਼ਨ ਸਟੇਟ ਕੱਢਣੀ ਹੈ, ਇੱਥੇ ਜਿਹੜੀ ਹੈ 3 ਆ ਜਾਏਗੀ। ਜੇਕਰ 3 ਆਏਗੀ ਤਾਂ ਕਿੰਨਾ ਆ ਜਾਊਗਾ ਇੱਥੇ, ਦੈਟ ਇਜ਼ ਕਿੰਨਾ ਆ ਜਾਊਗਾ, ਦੈਟ ਇਜ਼ 3d5, ਓਕੇ। 3d5 ਜਦੋਂ ਆਊਗਾ ਇੱਥੇ ਤਾਂ ਇਹਦੇ ਵਿੱਚ ਕੀ ਹੋਏਗਾ, ਇਹਦੇ ਵਿੱਚ 3d5 ਆ, ਓਕੇ। ਇਹਦੇ ਵਿੱਚ ਵੀ ਕਿੰਨਾ ਆ ਜਾਊਗਾ, ਦੈਟ ਇਜ਼ 3d5, ਇੱਥੇ भी सेकंड स्टेट आएगी, ओके, नॉट 3, ओके। सो यहाँ पे भी कितना आएगा, 2 ही आएगा। सो ਇਹਦੇ ਵਿੱਚ ਕੀ ਹੋਏਗਾ, ਦੇਖੋ ਮੇਨਲੀ ਇਹਦੇ ਵਿੱਚ ਕਿੰਨੇ ਇਲੈਕਟ੍ਰੋਨਸ ਨੇ, 5। एक मिनट, ये देखो इसमें क्या होगा, दैट इज, हाँ ਇਹਦੇ ਵਿੱਚ ਵੀ ਕਿੰਨੇ ਆ, ਦੈਟ ਇਜ਼ 5 ਨੇ ਇਹਦੇ ਵਿੱਚ, ਓਕੇ। ਤਾਂ 5 ਤੁਸੀਂ ਕਿੱਦਾਂ ਅਰੇਂਜ ਕਰਨੇ ਨੇ, ਕਿਉਂਕਿ ਜੋ H2O ਹੈ ਉਹ ਵੀਕ ਹੈ, ਤਾਂ ਦੈਟ ਮੀਨ ਇੱਥੇ ਪੇਅਰਿੰਗ ਨਹੀਂ ਹੋਏਗੀ, ਰਿਪਲਸ਼ਨਸ ਆਰ ਮੋਰ, ਰਿਪਲਸ਼ਨ ਜ਼ਿਆਦਾ ਨੇ ਤਾਂ ਪੇਅਰਿੰਗ ਨਹੀਂ ਹੋਏਗੀ। ਇੱਕ ਇੱਕ ਜਿਹੜਾ ਹੈ ਸਭ ਦੇ ਵਿੱਚ ਤੁਸੀਂ ਸ਼ਿਫਟ ਕਰ ਦਿਓ, ਜਦੋਂ ਸ਼ਿਫਟ ਹੋ ਜਾਏਗਾ ਤਾਂ ਕਿੰਨਾ ਆ ਜਾਊਗਾ, ਦੈਟ ਇਜ਼ T2G ਦੀ ਪਾਵਰ 3 ਆ ਜਾਏਗੀ। ਇਲੈਕਟ੍ਰੋਨਿਕ ਕਨਫੀਗਰੇਸ਼ਨ ਇਹ 'ਚ ਕਨਫਿਊਜ਼ ਨਹੀਂ ਹੋਣਾ, ਦਿਸ ਇਜ਼ ਇਲੈਕਟ੍ਰੋਨਿਕ ਕਨਫੀਗਰੇਸ਼ਨ, ਕਿਉਂਕਿ ਇਹ ਨੀਚੇ ਵਾਲੇ ਨੂੰ ਅਸੀਂ T2G ਨਾਲ ਡਿਨੋਟ ਕਰਦੇ ਹਾਂ, ਉੱਪਰ ਵਾਲੇ ਨੂੰ EG ਨਾਲ ਡਿਨੋਟ ਕਰਦੇ ਹਾਂ। T2G ਦੇ ਵਿੱਚ ਤੁਹਾਨੂੰ ਕਿੰਨੇ ਦਿਖਾਈ ਦੇ ਰਹੇ ਨੇ ਇਲੈਕਟ੍ਰੋਨ, 3, ਉੱਪਰ ਕਿੰਨੇ ਨੇ, 2, ਓਕੇ। ਤਾਂ ਇਹ ਕੀ ਹੈ, ਹਾਈ ਸਪਿਨ ਕੰਪਲੈਕਸ, ਔਰ ਸਾਰੇ ਤੁਹਾਨੂੰ ਸਿੰਗਲ ਦਿਖਾਈ ਦੇ ਰਹੇ ਨੇ। ਸੋ ਦਿਸ ਇਜ਼ ਆਲਸੋ ਪੈਰਾਮੈਗਨੈਟਿਕ, ਓਕੇ। ਕਿੰਨਾ ਇਹ, ਦੈਟ ਇਜ਼ ਪੈਰਾਮੈਗਨੈਟਿਕ, ਠੀਕ ਹੈ ਨਾ। ਸੋ ਇਹਦੇ ਵਿੱਚ ਕੀ ਆ ਜਾਊਗਾ ਆਪਣੇ ਕੋਲ, ਨੈਕਸਟ ਦੇਖਦੇ ਹਾਂ ਆਪਾਂ, ਜਿਹੜਾ ਨੈਕਸਟ ਪਾਰਟ ਹੈ
ਹਾਊ ਟੂ ਫਾਈਂਡ CFSE ਤੁਸੀਂ ਕਿੱਦਾਂ ਫਾਈਂਡ ਕਰਨਾ ਹੈ। ਇਹ ਆਇਆ ਹੋਇਆ ਸੀ ਕੁਐਸਚਨ ਲਾਸਟ ਈਅਰ ਦੇਖਿਆ ਸੀ ਮੈंने, ਉਹਦੇ ਵਿੱਚ ਇਹ ਕੁਐਸਚਨਸ ਆਏ ਹੋਏ ਨੇ। ਉੱਪਰ ਵਾਲੇ ਹੀ ਮੈंने ਕੰਪਾਊਂਡ ਲਿਆ ਡਿਟੋ ਸਿਮਿਲਰ, ਠੀਕ ਹੈ। ਤਾਂ ਇਹਦੇ ਵਿੱਚ ਇਹਨਾਂ ਨੇ ਪੁੱਛਿਆ ਕਿ ਜੋ FeCN63 ਨੈਗੇਟਿਵ ਹੈ ਇਹਦੀ CFSE ਕੱਢੋ, ਮਤਲਬ ਕ੍ਰਿਸਟਲ ਫੀਲ ਸਪਲਿਟਿੰਗ ਐਨਰਜੀ। ਵੈਰੀ ਸਿੰਪਲ, ਦੇਖੋ ਮੈਂ ਤੁਹਾਨੂੰ ਦੋ ਤਰੀਕੇ ਦੱਸਦੀ ਹਾਂ ਇਹਨੂੰ ਫਾਈਂਡ ਕਰਨ ਦੇ, ਕਿੱਦਾਂ ਫਾਈਂਡ ਕਰਨਾ ਹੁੰਦਾ ਹੈ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹਦੀ ਡਾਇਗਰਾਮ ਆਉਣੀ ਚਾਹੀਦੀ ਹੈ, ਜਿਵੇਂ ਉੱਪਰ ਦੱਸੀ ਗਈ ਆ ਉਹੀ ਇਹਦੀ ਡਾਇਗਰਾਮ ਹੈ, ਓਕੇ। ਤਾਂ CFSE ਜੋ ਹੈ ਇਹਦੇ ਵਿੱਚ ਤੁਸੀਂ ਪਹਿਲਾਂ ਦੇਖਿਆ ਨਾ ਕਿ ਉੱਪਰ ਤਾਂ ਬਿਲਕੁਲ ਖਾਲੀ ਸੀ ਇਲੈਕਟ੍ਰੋਨ, ਠੀਕ ਹੈ ਨਾ, ਉੱਪਰ ਕੀ ਸੀ, ਇਹ ਖਾਲੀ ਸੀ। ਦੇਖੋ ਇਹਦੇ ਵਿੱਚ ਕੀ ਆ ਜਾਊਗਾ, ਉੱਪਰ ਕੀ ਨੇ, ਖਾਲੀ ਸੀ। ਦੇਖੋ ਆਹੀ ਡਾਇਗਰਾਮ ਲਈ ਗਈ ਹੈ, ਦਿਸ ਡਾਇਗਰਾਮ, ਓਕੇ, ਇਹੀ ਡਾਇਗਰਾਮ ਲਈ ਗਈ ਹੈ। ਨੀਚੇ ਦੇਖੋ ਕਿੰਨੇ ਨੇ, 5। ਕ੍ਰਿਸਟਲ ਫੀਲ ਸਪਲਿਟਿੰਗ ਐਨਰਜੀ ਕੱਢਣੀ ਹੈ ਤਾਂ ਤੁਸੀਂ ਕੀ ਕਰਨਾ ਹੁੰਦਾ, ਦੇਖੋ ਐਵੇਂ ਮੋਡ ਲਗਾ ਲਓ, ਠੀਕ ਹੈ। ਨੀਚੇ ਕਿੰਨੇ ਨੇ, ਦੈਟ ਇਜ਼ 5। ਕਿੰਨੇ ਨੇ, 5। 5 ਨੂੰ ਤੁਸੀਂ ਮਲਟੀਪਲਾਈ ਕਰਨਾ, ਦੈਟ ਇਜ਼ ਕਿੰਨਾ ਪੜਿਆ ਸੀ ਅਸੀਂ, -2/5, ਓਕੇ। ਪਲੱਸ ਹੋ ਗਿਆ, ਉੱਪਰ ਕੋਈ ਨਹੀਂ ਹੈਗਾ, ਦੈਟ ਇਜ਼ 0। ਉੱਪਰ ਕਿੰਨਾ ਹੈ, 0। ਤੇ ਉਸ ਤੋਂ ਬਾਅਦ ਕੀ ਆ ਜਾਊਗਾ, ਦੈਟ ਇਜ਼ ਇਨਟੂ ਕਿੰਨਾ, ਦੈਟ ਇਜ਼ 3/5, ਓਕੇ। ਸੋ ਮੋਡ ਕਲੀਅਰ ਹੋ ਗਿਆ। ਦੇਖੋ ਇਹ ਵਾਲਾ ਪੋਰਸ਼ਨ ਤਾਂ 0 ਹੀ ਹੋ ਜਾਏਗਾ, ਰਿਮੇਨਿੰਗ ਕੀ ਬਚਿਆ, 5 ਨਾਲ 5 ਕੈਂਸਲ ਹੋ ਗਿਆ ਤਾਂ ਕਿੰਨਾ ਆ ਜਾਊਗਾ, ਦੈਟ ਇਜ਼ 2, ਓਕੇ। ਮੋਡ ਦੇ ਵਿੱਚ ਹੈ ਨਾ, ਤਾਂ ਕਿੰਨਾ ਆ ਜਾਊਗਾ, 2DQ। ਵੈਰੀ ਸਿੰਪਲ, ਠੀਕ ਹੈ। ਤਾਂ ਹੁਣ ਤੁਸੀਂ ਦੇਖੋ ਇੱਥੇ ਧਿਆਨ ਨਾਲ, ਆ ਦੇਖੋ ਇਦਾਂ ਹੀ ਕੀਤਾ ਹੋਇਆ, ਓਕੇ। ਦੈਟ ਇਜ਼ CFSE ਕੱਢਣਾ ਹੈ, ਨੀਚੇ 5 ਸੀ ਤਾਂ ਮਲਟੀਪਲਾਈ ਕਿਹਦੇ ਨਾਲ ਕੀਤਾ ਮੈंने, ਦਿਸ 0 ਵਾਲੀ ਟਰਮ ਮੈंने ਸਕਿਪ ਕਰਤੀ ਬਿਕੋਜ਼ ਉਹ 0 ਹੀ ਹੋ ਜਾਏਗੀ, ਇਨਟੂ ਡੈਲਟਾ ਨੋਟ। ਡੈਲਟਾ ਨੋਟ ਦੀ ਵੈਲਿਊ ਕਿੰਨੀ ਆ ਜਾਏਗੀ, ਦੈਟ ਇਜ਼ ਇਹਦੀ ਵੈਲਿਊ ਹੁੰਦੀ ਹੈ 10। ਡੈਲਟਾ ਨੋਟ ਦੀ ਵੈਲਿਊ ਹੁੰਦੀ ਹੈ 10। ਇਹ ਆ ਗਿਆ ਸੀ -2 × 10, ਦੈਟ ਇਜ਼ 2 × 10 ਕਿੰਨਾ ਆ ਗਿਆ, 20DQ। ਸੋ ਇਹਦਾ ਆਂਸਰ ਕਿੰਨਾ ਆ ਗਿਆ, 20DQ। ਜੇ ਤੁਹਾਨੂੰ ਇਹ ਵਾਲਾ ਮੈਥਡ ਟਫ ਲੱਗਦਾ ਤਾਂ ਇਹਦਾ ਅਨਦਰ ਮੈਥਡ ਹੈ, ਦੈਟ ਇਜ਼ ਦਿਸ। ਨੀਚੇ ਕਿੰਨੇ ਸੀ, 5। ਨੀਚੇ ਵਾਲੇ ਨੂੰ ਤੁਸੀਂ ਅਗਰ ਨੀਚੇ ਵਾਲੇ ਇਲੈਕਟ੍ਰੋਨ ਨੇ ਉਹਨੂੰ ਮਲਟੀਪਲਾਈ ਕਰਨਾ ਹੈ -4 ਨਾਲ, ਉੱਪਰ ਵਾਲੇ ਹੁੰਦੇ ਨੇ ਉਹਨਾਂ ਨੂੰ 6 ਨਾਲ ਕਰਨਾ ਹੈ। ਨੀਚੇ ਆਪਣੇ ਕੋਲੇ 5 ਸੀ, ਉਹਨਾਂ ਨੂੰ ਮਲਟੀਪਲਾਈ ਕੀਤਾ -4 ਨਾਲ, ਉੱਪਰ 0 ਸੀ, ਉਹਨਾਂ ਨੂੰ ਕਿਹਦੇ ਨਾਲ ਮਲਟੀਪਲਾਈ, 6 ਨਾਲ। ਤਾਂ ਸੋਲਵ ਕਰਕੇ ਕਿੰਨਾ ਆ ਗਿਆ, ਦੈਟ ਇਜ਼ 20DQ। ਕਲੀਅਰ। ਨੈਕਸਟ ਇੱਕ ਐਗਜ਼ਾਮਪਲ ਹੋਰ ਹੈ, ਇਹ ਵੀ ਪੇਪਰ ਦੇ ਵਿੱਚ ਆ ਸਕਦੀ ਹੈ ਤੁਹਾਨੂੰ, ਬਿਕੋਜ਼ ਲਾਸਟ ਈਅਰ ਆਏ ਹੋਏ ਸੀਗੇ ਐਵੇਂ ਦੇ ਕੁਐਸਚਨ। ਇਹ ਸੇਮ ਨਹੀਂ ਹੈਗੇ, ਸੇਮ ਮੈंने ਅੱਗੇ ਪਾਏ ਹੋਏ ਨੇ ਇਹਦੇ ਵਿੱਚ ਹੀ। ਹਾਊ ਟੂ ਫਾਈਂਡ CFSE, ਦੇਖੋ ਇਹਦੀ CFSE ਫਾਈਂਡ ਕਰਨੀ ਹੈ। ਨੀਚੇ ਕਿੰਨੇ ਨੇ, ਦੈਟ ਇਜ਼ 3, ਓਕੇ। 3 ਨੂੰ ਕਿੰਨੇ ਨਾਲ ਮਲਟੀਪਲਾਈ ਕੀਤਾ, -2/5 ਨਾਲ। ਉੱਪਰ ਕਿੰਨੇ ਇਲੈਕਟ੍ਰੋਨ ਸੀ, ਦੈਟ ਇਜ਼ 2, ਕਿਹਦੇ ਨਾਲ ਮਲਟੀਪਲਾਈ ਕੀਤਾ, 3/5 ਨਾਲ, ਠੀਕ ਹੈ ਜੀ। ਇਨਟੂ ਡੈਲਟਾ ਨੋਟ, ਡੈਲਟਾ ਨੋਟ ਦੀ ਵੈਲਿਊ ਹੁੰਦੀ ਹੈ 10, ਓਕੇ। ਇਹ ਦੇਖੋ ਅੰਦਰ ਜੋ ਮੋਡ ਹੈ ਉਹਨੂੰ ਸੋਲਵ ਕਰਕੇ ਹੀ 0 ਆ ਗਿਆ, 0 × 10 ਤਾਂ 0, ਤਾਂ ਦੈਟ ਮੀਨ 0DQ ਜੋ ਹੈ ਇਹਦਾ ਆਂਸਰ ਆ ਗਿਆ। ਨੀਚੇ ਤੁਸੀਂ ਦੇਖ ਸਕਦੇ ਹੋ ਔਰ ਵਾਲਾ ਮੈਥਡ ਕੀ ਹੈ, ਨੀਚੇ ਕਿੰਨੇ ਇਲੈਕਟ੍ਰੋਨ ਸੀ, 3 ਨੂੰ ਮਲਟੀਪਲਾਈ ਕਰਨਾ ਹੈ -4 ਨਾਲ, ਪਲੱਸ ਉੱਪਰ ਕਿੰਨੇ ਸੀ, 2 ਨੂੰ ਮਲਟੀਪਲਾਈ ਕਰਨਾ ਹੈ 6 ਨਾਲ। ਮੋਡ ਲੈ ਲਓਗੇ ਤਾਂ ਕਿੰਨਾ ਆ ਜਾਊਗਾ, 0। ਇਹ ਕੁਐਸਚਨ ਜਿਹੜੇ ਨੇ ਤੁਹਾਡੇ ਲਈ ਨੇ ਪ੍ਰੈਕਟਿਸ, ਪਹਿਲਾਂ ਇਹਨਾਂ ਦੀ ਆਕਸੀਡੇਸ਼ਨ ਸਟੇਟ ਕੱਢੋ, ਡਾਇਗਰਾਮ ਬਣਾਓ, ਠੀਕ ਹੈ। ਡਾਇਗਰਾਮ ਬਣਾਉਣੀ ਸਿਖਾਈ ਹੈ ਮੈਂ ਤੁਹਾਨੂੰ, ਤੇ ਇਹਦੇ ਜਿਹੜੇ ਆਨਸਰਸ ਨੇ ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖ ਦੇਣੇ ਨੇ, ਆਈ ਵਿਲ ਚੈੱਕ ਲੇਟਰ, ਓਕੇ। ਇਹ ਨੇ ਮਾਸਟਰ ਕੈਡਰ ਪ੍ਰੀਵੀਅਸ ਈਅਰ ਕੁਐਸਚਨ 2017 ਤੇ 2016 ਚ ਜੋ ਆਇਆ ਸੀਗਾ, ਉਹ ਇਹ ਵਾਲਾ ਕੁਐਸਚਨ ਸੀਗਾ, ਦੈਟ ਇਜ਼ CFSE ਐਨਰਜੀ ਕੱਢੋ ਇਸ ਕੰਪਲੈਕਸ ਦੀ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਚਾਹੀਦੀ ਹੈ ਆਕਸੀਡੇਸ਼ਨ ਸਟੇਟ ਕਿਹਦੀ, ਆਇਰਨ ਦੀ। ਆਇਰਨ ਦੀ ਆਕਸੀਡੇਸ਼ਨ ਸਟੇਟ ਕੱਢਣੀ ਇੱਥੇ ਦੱਸੀ ਹੋਈ ਹੈ, ਦੈਟ ਇਜ਼ ਦਿਸ। X ਦੀ ਵੈਲਿਊ ਕਿੰਨੀ ਆ ਜਾਊਗੀ, 3। ਹੁਣ ਤੁਹਾਨੂੰ ਇਲੈਕਟ੍ਰੋਨਿਕ ਕਨਫੀਗਰੇਸ਼ਨ ਆਇਰਨ ਦੀ ਪਤਾ ਕਿੰਨੀ ਹੁੰਦੀ ਹੈ, ਦੈਟ ਇਜ਼ 3D6 4s2। ਤਾਂ ਇਹਦੇ ਵਿੱਚ ਕੀ ਹੋਏਗਾ, ਦੈਟ ਇਜ਼ ਇਕੁਅਲ ਟੂ Fe3 ਪੋਜ਼ਿਟਿਵ। ਆ ਦੇਖੋ ਕਿੰਨੀ ਆਕਸੀਡੇਸ਼ਨ ਸਟੇਟ ਆਈ ਸੀ, 3 ਨਾ, ਤਾਂ 3 ਇਹਦੇ ਵਿੱਚੋਂ ਕੱਢ ਦੋ, 2 ਇਹਦੇ ਵਿੱਚੋਂ ਚਲੇ ਗਏ, 1 ਇਹਦੇ ਵਿੱਚੋਂ ਚਲਾ ਗਿਆ, ਤਾਂ ਰਿਮੇਨਿੰਗ ਕੀ ਬਚਿਆ, 3D5। ਵੈਸੇ ਵੀ ਇਹੀ ਪੋਰਸ਼ਨ ਅਸੀਂ ਉੱਪਰ ਕਰ ਵੀ ਲਿਆ, ਸੇਮ ਹੀ ਹੈ। ਤਾਂ ਇਹਦੇ ਵਿੱਚ ਕੀ ਹੋਏਗਾ, ਦੈਟ ਇਜ਼ ਇਕੁਅਲ ਟੂ, ਦੇਖੋ 5 ਨੇ ਨਾ, ਤਾਂ 5 ਕਿਵੇਂ ਸਪਲਿਟ ਹੋ ਜਾਂਦੇ ਨੇ, ਕਿਹਦੀ ਗੱਲ ਹੋ ਰਹੀ ਹੈ ਇਹ ਗੱਲ ਹੋ ਰਹੀ ਹੈ ਓਕਟਾਹੈਡਰਲ, ਓਕੇ। ਤਾਂ ਦੈਟ ਮੀਨ 2 ਉੱਪਰ ਚਲੇ ਗਏ, ਤੇ ਨਹੀਂ ਇਹ ਵਾਲੇ 2 ਨਹੀਂ ਆਉਣਗੇ, ਸੌਰੀ ਇਹ ਗਲਤੀ ਨਾਲ ਲਿਖਿਆ ਹੋਇਆ। ਤਾਂ 5 ਨੇ, 5 ਜਿਹੜੇ ਹੈ ਕਿਉਂਕਿ CN ਯੂਜ਼ ਹੋਇਆ ਹੈ, CN ਇਜ਼ ਦਾ ਸਟਰੋਂਗ ਲੀਗੈਂਡ, CN ਇਜ਼ ਦਾ ਸਟਰੋਂਗ ਲੀਗੈਂਡ, ਓਕੇ। ਸਟਰੋਂਗ ਲੀਗੈਂਡ ਹੈ ਤਾਂ ਦੈਟ ਮੀਨ ਪੇਅਰਿੰਗ ਹੋਏਗੀ, ਓਕੇ। ਪੇਅਰਿੰਗ ਹੋਏਗੀ, ਪੇਅਰਿੰਗ ਕਰ ਦੋ, ਠੀਕ ਹੈ, ਬਿਕੋਜ਼ ਰਿਪਲਸ਼ਨਸ ਇੱਥੇ ਜਿਹੜੀਆਂ ਨੇਗੀਆਂ ਘੱਟ ਹੁੰਦੀਆਂ ਨੇ, ਇਸ ਕਰਕੇ ਪੇਅਰਿੰਗ ਹੋ ਸਕਦੀ ਹੈ। ਪੇਅਰਿੰਗ ਕਰ ਦੋ, ਪੇਅਰਿੰਗ ਹੋਣ ਤੋਂ ਬਾਅਦ ਤੁਸੀਂ ਇਹਦੀ CFSE ਕੱਢਣੀ ਹੈ, ਵੈਰੀ ਸਿੰਪਲ।
नीचे किन्ने ने 5 5 ਨੂੰ ਕਿਹਦੇ ਨਾਲ ਮਲਟੀਪਲਾਈ -4 ਨਾਲ ਉੱਪਰ ਕਿੰਨੇ ਨੇ 0 ਤਾਂ 6 ਨੂੰ 0 ਨਾਲ ਮਲਟੀਪਲਾਈ ਆਨਸਰ ਕਿੰਨਾ ਆ ਜਾਊਗਾ 20 DQ। ਪ੍ਰੀਵੀਅਸ ਈਅਰ ਜੋ ਕੁਐਸਚਨਸ ਹੈਗੇ ਨੇ ਉਹਦੇ ਆਨਸਰ ਜਿਹੜੇ ਨੇ ਉਹ ਰੋਂਗ ਨੇ, ਠੀਕ ਹੈ ਨਾ, ਉਹਨਾਂ ਨੂੰ ਤੁਸੀਂ ਕਰੈਕਟ ਕਰ ਲਿਓ, ਐਜ਼ ਇਟ ਇਜ਼ ਲਰਨ ਨਾ ਕਰਿਓ, ਉਹਨਾਂ ਨੂੰ ਕਨਸੈਪਟ ਵਾਈਜ਼ ਆਪਣਾ ਸੋਲਵ ਕਰਕੇ ਦੇਖੋ, ਠੀਕ ਹੈ। ਸੋ ਇਹਦੇ ਵਿੱਚ ਕੀ ਦਿੱਤਾ ਹੋਇਆ, ਇਹ ਕੁਐਸਚਨ ਤੁਹਾਡਾ ਹੋ ਗਿਆ। ਨੈਕਸਟ ਕੁਐਸਚਨ ਦੇਖੋ, ਸੈਕਿੰਡ ਕੁਐਸਚਨ ਸਿਮਿਲਰ ਕੁਐਸਚਨ ਇਹ ਵੀ ਆਇਆ ਹੋਇਆ ਸੀ 2016 ਦੇ ਵਿੱਚ। ਇਹ ਕਿੱਦਾਂ ਫਾਈਂਡ ਕਰੋਗੇ, ਆਕਸੀਡੇਸ਼ਨ ਸਟੇਟ ਕੱਢ ਲਓ, Fe2 ਪੋਜ਼ਿਟਿਵ ਦੇ ਅਕੋਰਡਿੰਗ 3D ਕਿੰਨਾ ਆ ਜਾਏਗਾ 6 ਆਏਗਾ, ਕਿੰਨਾ ਆਏਗਾ 3D 6, ਓਕੇ। ਤਾਂ ਇਹਦੇ ਵਿੱਚ ਕੀ ਹੋਏਗਾ 6 ਅਰੇਂਜਮੈਂਟ ਇੱਦਾਂ ਹੋ ਗਈ, ਤੇ ਦੇਖੋ ਇਹਦੇ ਵਿੱਚ CN ਅਗੇਨ, ਠੀਕ ਹੈ ਨਾ, CN ਇਜ਼ ਅਗੇਨ ਸਟਰੋਂਗ ਲਿਗੈਂਡ, ਤਾਂ ਪੇਅਰਿੰਗ ਹੋ ਜਾਏਗੀ। ਪੇਅਰਿੰਗ ਹੋ ਚੁੱਕੀ ਹੈ ਤਾਂ CFSE ਕੱਢ ਲਓ, ਇਹਨੂੰ ਕਿਹਦੇ ਨਾਲ ਮਲਟੀਪਲਾਈ ਕਰ ਲਓ -4 ਨਾਲ, ਉੱਪਰ ਕੋਈ ਵੀ ਹੈ ਨਹੀਂ ਤਾਂ 0 ਆ ਜਾਊਗਾ। ਸੋਲਵ ਕਰਕੇ -24 ਆ ਗਿਆ, ਤਾਂ ਇਹਨੂੰ ਸੋਲਵ ਕਰਕੇ ਕਿੰਨਾ ਆ ਜਾਊਗਾ 24 DQ, ਓਕੇ। ਸੋ ਦਿਸ ਇਜ਼ ਆਲ ਅਬਾਊਟ ਦ ਕ੍ਰਿਸਟਲ ਫੀਲਡ ਸਪਲਿਟਿੰਗ। ਇਹ ਕੁਐਸਚਨਸ ਆਏ ਹੋਏ ਸੀਗੇ। ਸੋ ਅੱਜ ਦਾ ਟੌਪਿਕ ਬਹੁਤ ਜ਼ਿਆਦਾ ਇੰਪੋਰਟੈਂਟ ਸੀਗਾ। ਜਿਸ ਨੂੰ ਵੀ ਸਮਝ ਨਹੀਂ ਆਇਆ ਉਹ ਇੱਕ ਵਾਰੀ ਆਪਣਾ ਦੁਬਾਰਾ ਦੇਖ ਲਓ, ਠੀਕ ਹੈ ਨਾ, ਦੁਬਾਰਾ ਕਲੀਅਰ ਕਰ ਲਓ, ਕਨਸੈਂਟਰੇਟ ਹੋ ਕੇ ਥੋੜ੍ਹਾ ਜਿਹਾ ਬੈਠੋ ਤੇ ਇਹਨੂੰ ਧਿਆਨ ਨਾਲ ਸੁਣੋ, ਠੀਕ ਹੈ ਨਾ, ਇਹ ਕਨਸੈਪਟ ਤੁਹਾਨੂੰ ਕਲੀਅਰ ਹੋ ਜਾਊਗਾ, ਓਕੇ। ਤੇ ਇੱਕ ਜਾਂ ਦੋ ਪਾਰਟਸ ਦੇ ਵਿੱਚ ਬਸ ਇਹ ਚੈਪਟਰ ਹੁਣ ਫਿਨਿਸ਼ ਅਪ ਹੋਣ ਵਾਲਾ ਹੀ ਹੈ। ਸੋ ਨੈਕਸਟ ਜੋ ਆਪਾਂ ਟੌਪਿਕ ਕਰਾਂਗੇ ਉਹ ਵੀ ਉਸ ਤੋਂ ਬਾਅਦ ਔਰਗੈਨਿਕ ਦਾ ਹੀ ਰਹੇਗਾ, ਠੀਕ ਹੈ ਨਾ। ਅਗਰ ਤੁਹਾਨੂੰ ਵੀਡੀਓ ਜਿਹੜੀ ਹੈਗੀ ਹੈ ਪਸੰਦ ਆਈ ਹੈ, ਅੱਜ ਦਾ ਜੋ ਸੈਸ਼ਨ ਹੈ ਪਸੰਦ ਆਇਆ ਹੈ, ਠੀਕ ਹੈ ਨਾ, ਤਾਂ ਲਾਈਕ ਕਰੋ, ਕਮੈਂਟ ਕਰੋ ਐਂਡ ਸ਼ੇਅਰ ਕਰੋ ਆਪਣੇ ਫਰੈਂਡਸ ਨਾਲ, ਓਕੇ। ਐਂਡ ਸਬਸਕ੍ਰਾਈਬ ਜ਼ਰੂਰ ਕਰੋ। ਤੇ ਬਸ ਥੈਂਕ ਯੂ, ਓਕੇ, ਗੁੱਡ ਲੱਕ, ਥੈਂਕ ਯੂ ਅਲਾਟ।